अस्सलाम वालेकुम दोस्तों, ਤੁਹਾਡਾ ਮੇਜ਼ਬਾਨ ਹਾਫਿਜ਼ ਵਿਕਾਸ ਅੱਜ ਇੱਕ ਨਏ ਟਾਪਿਕ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਆ ਜੀ। ਅੱਜ ਅਸੀਂ ਗੱਲ ਕਰਾਂਗੇ, ਹਰ ਵਕਤ ਤੁਸੀਂ ਸੁਣਦੇ ਹੋਵੋਗੇ ਮਾਰਕੀਟ 'ਚ ਸਲਫਰ ਪਾਓ ਫਸਲਾਂ ਨੂੰ, ਸਲਫਰ ਪਾਓ ਬਾਗਾਂ ਨੂੰ। ਅੱਜ ਤੁਹਾਡੇ ਨਾਲ ਸਾਰੀ ਅਸੀਂ ਗੱਲ ਕਰਾਂਗੇ ਸਲਫਰ ਪਾਉਣਾ ਚਾਹੀਦਾ ਬਾਗ ਨੂੰ ਜਾਂ ਨਹੀਂ, ਜਾਂ ਅਗਰ ਬਾਗ ਨੂੰ ਪਾਈਏ ਤਾਂ ਕੀ ਫਾਇਦਾ ਹੈ, ਕਿਸ ਟਾਈਮ ਪਾਉਣਾ ਚਾਹੀਦਾ, ਕਿਸ ਤਰੀਕੇ ਨਾਲ ਪਾਉਣਾ ਚਾਹੀਦਾ ਅਤੇ ਉਹ ਕੀ ਕਰਦਾ ਹੈ। ਅੱਜ ਅਸੀਂ ਸਾਰਾ ਤੁਹਾਨੂੰ ਇਹਦੇ ਬਾਰੇ ਜਿਹੜਾ ਬਾਗ ਹੈ ਸਾਡਾ ਸਿਟਰਸ ਦਾ, ਜਿਹੜੇ ਕਿ ਕਿੰਨੂ ਮੌਸਮੀ ਫਰੂਟਰ ਜੋ ਵੀ ਟੁੱਟ ਰਹੇ ਅੱਜ ਕੱਲ੍ਹ, ਇਹ ਫੈਮਿਲੀ ਹੈ ਸਾਰੀ, ਇਹਦੇ 'ਚ ਕਿਹੜੇ ਫਾਇਦੇ ਨੇ ਸਲਫਰ ਦਾ, ਅਸੀਂ ਇਹਦੇ ਬਾਰੇ ਗੱਲ ਕਰਾਂਗੇ ਜੀ। ਪਹਿਲੇ ਨੰਬਰ 'ਤੇ ਜੀ ਸਲਫਰ ਹੈ ਕਿਹੜੀ ਚੀਜ਼ ਹੈ। ਸਲਫਰ ਇੱਕ ਫੰਜੀਸਾਈਡ ਹੈ ਜਿਹੜਾ ਕਿ ਰਜਿਸਟਰਡ ਹੈ ਪੋਡਰੀ ਮੈਲੀਡਿਊ 'ਤੇ। ਇਹ ਫੰਗਸ ਹੈ ਇੱਕ, ਉਹਨੂੰ ਕੰਟਰੋਲ ਵਾਸਤੇ ਇੱਕ ਰਜਿਸਟਰਡ ਕੀਤਾ ਹੋਇਆ ਹੈ ਪੂਰੀ ਦੁਨੀਆ 'ਤੇ ਸਲਫਰ ਨੂੰ। ਇੱਕ ਚੀਜ਼ ਫੰਜੀਸਾਈਡ ਹੈ। ਦੂਸਰਾ ਜਾਂ ਕੀ ਬੈਨੀਫਿਟ ਹੈ, ਇਹ ਚੌਥਾ ਮੇਨ ਫਰਟੀਲਾਈਜ਼ਰ ਹੈ, ਇਹ ਚੌਥੀ ਵੱਡੀ ਖਾਦ ਹੈ। ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤੋਂ ਬਾਅਦ ਚੌਥੇ ਨੰਬਰ 'ਤੇ ਸਲਫਰ ਆਉਂਦੀ ਹੈ। ਇਹ ਪੌਦੇ ਨੂੰ ਜ਼ਰੂਰਤ ਹੁੰਦੀ ਹੈ ਜੀ, ਇਹ ਖਾਦ ਦੇ ਤੌਰ 'ਤੇ ਵੀ ਇਸਤੇਮਾਲ ਹੁੰਦਾ ਹੈ। ਉਸ ਤੋਂ ਬਾਅਦ ਜੀ ਇਹ ਜੋ ਉੱਤੋਂ ਕੀ ਅਸੀਂ ਕੰਟਰੋਲ ਕਰ ਸਕਦੇ, ਜ਼ਮੀਨ ਤੋਂ ਕੀ ਕੰਟਰੋਲ ਅਸੀਂ ਇਹ 'ਚ ਪੈਦਾ ਜੀ ਬਿਹਤਰੀ ਅਸੀਂ ਕਰ ਸਕਦੇ ਜ਼ਮੀਨ 'ਚ। ਅਗਰ ਅਸੀਂ ਇਹਨੂੰ ਜ਼ਮੀਨ 'ਚ ਪਾਵਾਂਗੇ ਤਾਂ ਜ਼ਮੀਨ ਦੀ ਸਭ ਤੋਂ ਜਿਹੜੀ ਬਿਹਤਰ ਹਾਲਤ ਅੱਛੀ ਕਰ ਦੇਗਾ, ਜ਼ਮੀਨ ਦੀ ਹਾਲਤ ਅੱਛੀ ਕਰ ਦੇਗਾ। ਦੂਸਰੇ ਨੰਬਰ 'ਤੇ ਤੁਹਾਡੀ ਜਿਹੜੀ ਜੜ੍ਹ ਹੈ, ਜਿੰਨੀ ਹਾਲਤ ਜ਼ਮੀਨ ਦੀ ਚੰਗੀ ਹੋਏਗੀ, ਭੁਰਭਰੀ ਹੋਏਗੀ, ਹਵਾਦਾਰ ਹੋਏਗੀ, ਉਨੀ ਸੋਹਣੀ ਗਰੋਥ ਕਰੇਗੀ। ਠੀਕ ਹੈ ਨਾ ਜੀ, ਇਹ ਦੋ ਕੰਮ ਹੋ ਗਏ। ਤੀਸਰੇ ਨੰਬਰ 'ਤੇ ਜਿੱਥੇ ਤੁਸੀਂ ਜਿਸ ਖਾਦ ਨਾਲ ਮਿਲਾ ਕੇ ਪਾਓਗੇ ਉਹਦੀ ਐਫੀਸ਼ੀਐਂਸੀ ਨੂੰ ਵਧਾ ਦੇਗਾ, ਉਹਦੀ ਤਾਕਤ ਨੂੰ ਡਬਲ ਕਰ ਦੇਗਾ। ਮਕਸਦ ਕਹਿਣ ਦਾ ਇਹ ਹੈ ਵੀ ਸੋਨੇ ਤੋਂ ਸੁਹਾਗਾ ਕਰ ਦੇਗਾ। ਨਾਈਟ੍ਰੋਜਨ ਨਾਲ ਪਾ ਰਹੇ ਹੋ, ਯੂਰੀਆ ਨਾਲ ਪਾ ਰਹੇ ਹੋ, DAP ਨਾਲ ਪਾ ਰਹੇ ਹੋ, ਪੋਟਾਸ਼ ਨਾਲ ਪਾ ਰਹੇ ਹੋ, ਸਮਝ ਲਓ ਤੁਸੀਂ ਅਗਰ ਸਲਫਰ ਨਾਲ ਪਾ ਦਿੱਤਾ ਇਹਨਾਂ ਦੇ ਤਾਂ ਸਮਝ ਲਓ ਡਬਲ ਖਾਦ ਤੁਹਾਡੀ ਹੋ ਜਾਣੀ ਹੈ। ਠੀਕ ਹੈ ਜੀ, ਇੱਕ ਫਾਇਦਾ। ਦੂਸਰੇ ਨੰਬਰ 'ਤੇ pH ਨੂੰ ਘੱਟ ਕਰਦਾ, pH ਨੂੰ ਉਸ ਲੈਵਲ 'ਤੇ ਲੈ ਕੇ ਆਉਂਦਾ ਜਿੱਥੇ ਪੌਦਾ ਅੱਛਾ ਗਰੋ ਕਰਦਾ। ਜ਼ਮੀਨ ਅੱਛੀ ਖੁਰਾਕ ਪੌਦੇ ਨੂੰ ਮੁੰਤਕਿਲ ਕਰ ਸਕਦੀ ਹੈ। ਜ਼ਮੀਨ ਜਿੰਨੀ ਅੱਛੀ pH ਰੱਖੇਗੀ ਉਨਾ ਅੱਛੀ ਤੁਹਾਡੀ ਫਸਲ ਹੋਏਗੀ, ਉਨਾ ਅੱਛੇ ਤੁਹਾਡੇ ਬਾਗਾਤ ਹੋਣਗੇ। ਠੀਕ ਹੈ ਜੀ। ਤੀਜਾ ਇਹ ਜ਼ਮੀਨ ਦੇ ਵਿੱਚ ਜਿੰਨੀਆਂ ਬਿਮਾਰੀਆਂ ਹਨ, ਉਹ ਕਹਿੰਦੇ ਹੁੰਦੇ ਰੂਟ ਬਰਨ ਡਿਜ਼ੀਜ਼ ਜਾਂ ਸੋਇਲ ਬਰਨ ਡਿਜ਼ੀਜ਼, ਇਹ ਜਿੰਨੀਆਂ ਹਨ ਉਹ ਤੁਹਾਨੂੰ ਪਤਾ ਹੈ ਪੌਦੇ ਨੂੰ ਜਿਹੜਾ ਬਾਗਾਂ ਦਾ ਹੈ ਉਹਨਾਂ ਦੇ ਜੜ੍ਹ ਨੂੰ ਮਸਾਇਲ ਹੁੰਦੇ ਆ ਜਿਹੜੇ ਕਿ ਗਲਣੇ ਸੜਨੇ ਸ਼ੁਰੂ ਹੋ ਜਾਂਦੇ। ਕਿ ਸਲਫਰ ਪਾਵਾਂਗੇ ਅਤੇ ਉਹ ਵੀ ਮਸਾਇਲ ਸਾਡੇ ਹੱਲ ਹੋ ਜਾਣਗੇ। ਠੀਕ ਹੈ ਨਾ ਜੀ। ਹੁਣ ਦੇਖੋ ਕਿੰਨੇ ਜ਼ਿਆਦਾ ਹੈ ਜੇ ਸਾਡੇ ਫਵਾਇਦ ਨੇ। ਅਸੀਂ ਇਹਨੂੰ ਕਿਆ ਥੱਲੇ ਪਾ ਸਕਦੇ ਹਾਂ ਜਾਂ ਉੱਤੇ ਵੀ ਕਰ ਸਕਦੇ ਹਾਂ। ਬਿਲਕੁਲ ਜੀ, ਇਹਨੂੰ ਉੱਤੇ ਵੀ ਸਪਰੇਅ ਕਰ ਸਕਦੇ ਹਾਂ। ਜਿਸ ਟਾਈਮ ਤੁਹਾਡਾ ਫਲ ਟੁੱਟੇ ਇਹਨੂੰ ਤੁਸੀਂ ਸਪਰੇਅ ਕਰਨਾ। ਫਲ ਟੁੱਟਣ ਤੋਂ ਫੌਰੀ ਬਾਅਦ ਜਿਤਨਾ ਵੀ ਤੁਹਾਡੇ ਪਾਊਡਰੀ ਲੱਗੀ ਹੋਵੇ ਉਸ ਤੋਂ ਬਾਅਦ ਤੁਹਾਡੀ ਸਕੇਪ ਦੇ ਜਿਹੜੇ ਮਸਾਇਲ ਹਨ ਉਹ ਕਵਰ ਕਰੇਗਾ। ਜੇ ਤੁਹਾਡੀ ਮਾਈਟਸ ਲੱਗੀ ਹੋਈ ਹੈ ਉਹ ਕਵਰ ਕਰੇਗਾ। ਉਹ ਤਾਂ ਜਦੋਂ ਸਾਰੀ ਗੱਲ ਤੁਹਾਡਾ ਫਲ ਵੀ ਲੱਗਾ ਹੋਵੇ, ਮਾਈਟਸ ਵਾਸਤੇ ਸਭ ਤੋਂ ਬਿਹਤਰ ਹੈ ਜੀ ਇਹ ਸਲਫਰ। ਮੈਂ ਤਾਂ ਰਿਕਮੈਂਡ ਕਰਾਂਗਾ। ਮਾਈਟਸ ਜੂਆਂ ਨੇ ਕਹਿੰਦੇ ਆ ਜੂਆਂ ਲੱਗੀਆਂ ਹੁੰਦੀਆਂ ਜਿਹੜੇ ਖੁਰਚ ਕੇ ਖਾ ਰਹੇ ਹੁੰਦੇ ਪੱਤਿਆਂ ਨੂੰ, ਅਤੇ ਤੁਹਾਡੇ ਫਲ ਨੂੰ ਜਿਹੜੇ ਰੋਬੇ ਜਿਹੇ ਹੋ ਜਾਂਦੇ ਆ, ਦਾਗ ਜਿਹੇ ਲੱਗਦੇ, ਬੰਦਾ ਸਮਝ ਨਹੀਂ ਲੱਗਦੀ ਵੀ ਯਾਰ ਕਿਉਂ ਲੱਗ ਰਹੀ, ਉਹ ਜੂਆਂ ਲੱਗੀਆਂ ਖੜੀਆਂ ਹੁੰਦੀਆਂ ਐਕਚੁਅਲੀ, ਉਹਨੂੰ ਕੰਟਰੋਲ ਕਰਦਾ। ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਜ਼ਮੀਨ 'ਚ ਪਾਓਗੇ ਤਾਂ ਜ਼ਮੀਨ ਦੀ ਸਾਰੀ ਹਾਲਤ ਨੂੰ ਬਿਹਤਰ ਕਰਦਾ। ਇਹਨੂੰ ਉੱਤੇ ਕਿਸ ਟਾਈਮ ਕਰਨਾ ਚਾਹੀਦਾ, ਜਿਹੜੇ ਫਲ ਟੁੱਟੇ ਉਸ ਟਾਈਮ ਕਰਨਾ ਚਾਹੀਦਾ। ਦੂਸਰੇ ਨੰਬਰ 'ਤੇ ਇਹਨੂੰ ਜਦੋਂ ਤੁਸੀਂ ਫਰਵਰੀ ਦਾ ਜਿਹੜਾ ਮਹੀਨਾ ਹੈ ਇਹ ਆਈਡੀਅਲ ਹੁੰਦਾ। ਹੱਦ ਤੁਸੀਂ ਮਾਰਚ ਦੇ ਪਹਿਲੇ 10 ਦਿਨ ਜਾਣੇ, ਮਤਲਬ ਫੁੱਲ ਨਿਕਲਣ ਤੋਂ ਪਹਿਲੇ ਤੁਸੀਂ ਇਹਨੂੰ ਕਰ ਸਕਦੇ ਹੋ ਸਪਰੇਅ। ਜਿਹੜਾ ਥੱਲੇ ਆ ਤੁਸੀਂ ਉਹ ਆਈਡੀਅਲ ਟਾਈਮ ਇਸ ਟਾਈਮ ਜਿਹੜੀ ਤੁਸੀਂ ਫਰਵਰੀ ਦੇ ਵਿੱਚ ਖਾਦਾਂ ਪਾਉਣੀਆਂ ਉਹਦੇ ਵਿੱਚ ਮਿਲਾ ਕੇ 100 ਗ੍ਰਾਮ ਫੀ ਪੌਦੇ ਦੇ ਹਿਸਾਬ ਨਾਲ ਤੁਸੀਂ ਉਹਨੂੰ ਪਾ ਸਕਦੇ ਹੋ। ਹੁਣ ਸਲਫਰ 100 ਗ੍ਰਾਮ ਮੈਂ ਉਹ ਕਿਹਾ ਜਿਹੜਾ ਮਾਰਕੀਟ ਤੁਹਾਨੂੰ ਕਿਲੋ 2 ਕਿਲੋ ਲੱਭਦਾ, ਪਰ ਹੁਣ ਉਹ ਅਗਲੀ ਬਹਿਸ ਹੈ ਸਲਫਰ ਕਿਹੜਾ ਥੱਲੇ ਯੂਜ਼ ਕਰਨਾ ਚਾਹੀਦਾ। ਉਹ 90% ਵਾਲਾ ਕਰਨਾ ਚਾਹੀਦਾ। ਉਹ ਸਭ ਤੋਂ ਸ਼ਾਨਦਾਰ ਸਲਫਰ ਹੁੰਦਾ ਹੈ ਫਰਟੀਲਾਈਜ਼ਰ 'ਚ 90% ਵਾਲਾ, ਜਿਹੜੀ ਇੱਕ ਮੇਰੀ ਰਿਸਰਚ ਹੈ। ਬਾਕੀ ਮੈਂ ਗਲਤ ਵੀ ਹੋ ਸਕਦਾ, ਪਰ ਤਕਰੀਬਨ ਜਿਹੜੀ ਚੀਜ਼ ਅੱਛੀ ਮੈਂ ਰਿਜ਼ਲਟ ਸਮਝਦਾ ਉਹ ਐਸਾ ਸਲੋ ਰਿਲੀਜ਼ ਹੈ ਔਰ ਉਹ ਸ਼ਾਨਦਾਰ ਰਿਜ਼ਲਟ ਹੈ। ਪੂਰੇ ਸਾਲ ਦੀ ਫਸਲ ਹੈ, ਪੂਰਾ ਸਾਲ ਇਹਨੂੰ ਮਿਲਣਾ ਚਾਹੀਦੀ ਖਾਦ। ਇਸ ਲਈ ਮੈਂ ਚਾਹਾਂਗਾ 90% ਜਿਹੜਾ ਸਲਫਰ ਹੈ ਉਹ ਤੁਸੀਂ, ਮੈਂ ਕਹਿੰਦਾ 100 ਤੋਂ 250 ਗ੍ਰਾਮ ਤੱਕ ਤੁਸੀਂ ਪਾਓਗੇ, ਪੌਦਾ ਤੁਹਾਨੂੰ ਦੱਸੇਗਾ ਸਾਲ ਦੇ ਵਿੱਚ ਸਾਡਾ ਹੋਇਆ ਕੀ ਹੈ। ਠੀਕ ਹੈ ਨਾ ਜੀ। ਥੱਲੇ ਤੁਸੀਂ ਇਹਨੂੰ ਪਾਉਣਾ ਹੈ, ਟੈਂਪਰੇਚਰ ਦੇਖਣਾ ਹੈ 30 ਤੋਂ ਥੱਲੇ ਹੋਵੇ। ਉਹ ਜ਼ਿਆਦਾ ਸਾਰੀ ਗੱਲ ਹੈ ਅੱਜ ਕੱਲ੍ਹ ਚੱਲ ਰਿਹਾ 30 ਤੋਂ ਥੱਲੇ। ਉਹ ਤੁਸੀਂ ਨਾਲ ਖਾਦ ਦੇ ਪਾ ਦੇਣਾ, 90% ਸਲਫਰ ਲੈਣਾ, ਉਹ ਤੁਸੀਂ ਪਾ ਕੇ ਤੁਸੀਂ ਉਹਨੂੰ ਖਾਦ ਦੇ ਨਾਲ ਪੰਜੀ ਮਾਰ ਲੈਣੀ। ਇਨਸ਼ਾਅੱਲਾ ਤੁਹਾਡੀ ਜਿਹੜੇ ਪੌਦੇ ਦੀ ਗਰੋਥ, ਜਿਹੜੀ ਤੁਹਾਡੀ ਫਰਟੀਲਾਈਜ਼ਰ ਦੀ ਟੇਕ ਕਰਨਾ, ਫਰਟੀਲਾਈਜ਼ਰ ਨੂੰ ਪੂਰਾ ਇਸਤੇਮਾਲ ਕਰਨਾ ਹੈ, ਸਾਰਾ ਸਲਫਰ ਦੇ ਜ਼ਿੰਮੇ ਆ ਜਾਏਗਾ। ਬਾਕੀ ਜਿਹੜੀ ਉੱਤੋਂ ਸਪਰੇਅ ਕਰਨਾ ਉਹ 80% ਵਾਲਾ ਸਲਫਰ ਹੁੰਦਾ, ਉਹ ਪਾਊਡਰ ਵਾਲਾ ਸਲਫਰ ਹੁੰਦਾ, ਉਹ ਉੱਤੋਂ ਸਪਰੇਅ ਕਰਨਾ। ਹਾਂ, ਅਗਰ ਤੁਸੀਂ ਥੱਲੇ ਵੀ ਪਾਓਗੇ ਤਾਂ ਕੋਈ ਹਰਜ ਵਾਲੀ ਗੱਲ ਨਹੀਂ। ਮੈਂ ਤਾਂ ਮਸ਼ਵਰਾ ਦਿੱਤਾ ਵੀ 90% ਵਾਲਾ ਥੱਲੇ ਪਾ ਲਓ,
ਉਹ ਜ਼ਰਾ ਸਸਤਾ ਵੀ ਹੁੰਦਾ। 80% ਵਾਲਾ ਉੱਤੇ ਕਰ ਲਓ। ਬਾਕੀ ਜਿਵੇਂ ਆ ਤੁਸੀਂ ਖੁਸ਼ ਹੋ ਭਾਈ ਜਾਨ, ਤੁਸੀਂ ਉਹਨੂੰ ਕਰ ਸਕਦੇ ਹੋ। ਕੋਈ ਆਖਰੀ ਗੱਲ ਨਹੀਂ ਵੀ ਉਹਨੂੰ ਥੱਲੇ ਉਹ ਪਾਉਣਾ ਅਤੇ ਉੱਤੇ ਉਹ ਕਰਨਾ। ਉੱਤੇ 80% ਵਾਲਾ ਹੀ ਕਰਨਾ, ਥੱਲੇ ਤੁਸੀਂ 80 ਵਾਲਾ ਵੀ ਕਰ ਸਕਦੇ ਹੋ, 90% ਵਾਲਾ ਵੀ ਕਰ ਸਕਦੇ ਹੋ। ਬਸ ਜੀ ਵੀਡੀਓ ਲੰਬੀ ਹੋ ਰਹੀ ਹੈ, ਮੁਕਾਉਂਦੇ ਹਾਂ ਜੀ। ਇਹਨੂੰ ਤੁਸੀਂ ਜਦੋਂ ਤੁਸੀਂ ਇਹਨੂੰ ਪਾਉਣਾ ਹੈ, ਤੁਸੀਂ ਇਹਨੂੰ ਕਾਪਰ ਬੇਸ ਫੰਜੀਸਾਈਡ ਨਾਲ ਵੀ ਪਾ ਸਕਦੇ ਹੋ। ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜੀ ਸਾਡੀ ਲੱਗਦੀ ਹੈ ਬਿਮਾਰੀ ਲੱਗਦੀ ਡਿਪਲੋਡੀਆ ਦੀ, ਫਾਈਟੋਫਥਰਾ ਦੀ, ਉਹਨੂੰ ਕਵਰ ਕਰਨ ਵਾਸਤੇ ਤੁਸੀਂ ਜਦੋਂ ਪਾਣੀ ਹੈ ਕਾਪਰ ਬੇਸ ਫੰਜੀਸਾਈਡ, ਉਹਦੇ ਨਾਲ ਤੁਸੀਂ ਸਲਫਰ ਵੀ ਪਾ ਦੋਗੇ। ਸਲਫਰ ਦੀ ਅਫਾਦੀਅਤ ਹਰ ਚੀਜ਼ ਵਧਾ ਦੇਗਾ। ਕੋਈ ਰਿਐਕਸ਼ਨ ਨਹੀਂ ਕਰਦਾ ਸਲਫਰ ਕਿਸੇ ਸ਼ੈ ਨਾਲ। ਉਹ ਜਿਹੜੀ ਸ਼ੈ ਨਾਲ ਪਏਗਾ ਉਹਦੀ ਅਫਾਦੀਅਤ ਨੂੰ ਵਧਾ ਦੇਗਾ। ਉਸ ਤੋਂ ਬਾਅਦ ਇੱਕ ਦਫਾ ਤੁਹਾਡੇ ਪੌਦੇ ਦੀ ਗਰੋਥ ਨੂੰ ਚੱਕ ਦੇਗਾ। ਕਹਿਣ ਦਾ ਮਕਸਦ ਇਹ ਉਹ ਟੀਕਾ ਹੈ ਜਿਹੜਾ ਲੈ ਕੇ ਵੀ ਮਰੀਜ਼ ਉੱਠ ਕੇ ਇੱਕ ਦਫਾ ਬਹਿ ਜਾਣਾ। ਅਤੇ ਮੈਂ ਸਾਰੇ ਦੋਸਤਾਂ ਨੂੰ ਇਹ ਰਿਕਮੈਂਡ ਕਰਾਂਗਾ ਕਿ ਸਲਫਰ ਲਾਜ਼ਮੀ ਇਸਤੇਮਾਲ ਕੀਤਾ ਕਰੋ। ਇਹ ਤੁਹਾਡੀ ਜ਼ਰੂਰੀ ਖਾਦਾਂ ਹਨ। ਇੱਕੋ ਠੀਕ ਹੈ ਯੂਰੀਆ, ਅਤੇ ਉਸ ਤੋਂ ਬਾਅਦ ਜਿਹੜੀ ਹੈ DAP ਨੈਟ, ਉਸ ਤੋਂ ਬਾਅਦ ਨਾਈਟ੍ਰੋਫਾਸ ਹੋ ਗਈ ਹੈ, ਪੋਟਾਸ਼ ਹੋ ਗਈ, ਉਹ ਤਾਂ ਜ਼ਰੂਰੀ ਹੈ ਹੀ। ਉਸ ਤੋਂ ਅੱਗੇ ਤੁਸੀਂ ਅਗਰ ਸਲਫਰ ਆਓਗੇ, ਤੁਸੀਂ ਆਪਣੀ ਔਸਤ, ਤੁਸੀਂ ਆਪਣੀ ਪੌਦੇ ਦੀ ਕੰਡੀਸ਼ਨ, ਤੁਸੀਂ ਆਪਣੀ ਫਸਲਾਂ ਦੀ ਬਿਹਤਰੀ ਸਾਰੀ ਤੁਹਾਨੂੰ ਨਜ਼ਰ ਆਏਗੀ। ਇਸ ਲਈ ਆਪਣੇ ਫਸਲਾਂ ਦਾ, ਆਪਣੇ ਬਾਗਾਤ ਦਾ ਖਿਆਲ ਰੱਖਣਾ, ਅਤੇ ਸਾਡੇ ਇਸ ਚੈਨਲ ਦਾ ਵੀ ਖਿਆਲ ਰੱਖਣਾ ਜੀ। ਇਨਸ਼ਾਅੱਲਾ ਫਿਰ ਮਿਲਾਂਗੇ ਕਿਸੇ ਨੈਕਸਟ ਵੀਡੀਓ 'ਚ। ਬਹੁਤ ਸ਼ੁਕਰੀਆ ਜੀ। ਅੱਲਾ ਹਾਫਿਜ਼।